Hello students, now we are starting with lesson 2 of chapter 1. In this section there are properties of nucleus. The nucleus ਦੀਆਂ ਕੁਝ basic properties ਨੇ ਉਹਨਾਂ ਨੂੰ study ਕਰਾਂਗੇ। ਉਹ ਚੋਂ first property ਹੈ nucleus ਦਾ size ਦੇਖੋ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ ਰਦਰਫੋਰਡ ਐਕਸਪੈਰੀਮੈਂਟ ਦੇ ਵਿੱਚ। In other method, volume of nucleus is directly proportional to mass number. Nucleus ਦਾ volume mass number ਦੇ proportional ਹੁੰਦਾ ਹੈ। The volume is directly proportional to A, that is mass number. And volume is given by 4/3 pi r cube, directly proportional to mass number. 4/3 pi is also constant, so it's merged with the proportionality symbol. So r cube is directly proportional to mass number. R is proportional to A raised to the power 1/3 and R ਜਦੋਂ ਅਸੀਂ ਕੌਨਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਰਿਮੂਵ ਕਰਾਂਗੇ ਤਾਂ ਸਿੰਬਲ ਆਏਗਾ ਆਰ ਨੋਟ। ਅਤੇ ਆਰ ਨੋਟ ਦੀ ਵੈਲਿਊ ਜਿਹੜੀ ਹੈ ਵੇਰੀ ਕਰਦੀ ਹੈ ਫਰੋਮ 1/2 ਟੂ 1.6 ਫਰਮੀ। ਡਿਫਰੈਂਟ ਐਲੀਮੈਂਟਸ ਦੇ ਲਈ ਇਹਦੀ ਵੈਲਿਊ ਡਿਫਰੈਂਟ ਹੋਏਗੀ। ਉਸ ਤੋਂ ਬਾਅਦ ਹੈ ਨਿਊਕਲੀਅਸ ਦਾ ਮਾਸ। ਦੇਖੋ ਨਿਊਕਲੀਅਸ ਦਾ ਜਿਹੜਾ ਮਾਸ ਹੈ ਦੈਟ ਇਜ਼ ਡਿਊ ਟੂ ਪ੍ਰੋਟੋਨਸ ਐਂਡ ਨਿਊਟਰੋਨਸ। ਅਤੇ ਹੋਲ ਐਟਮ ਦੇ ਮਾਸ ਦਾ ਮੈਕਸੀਮਮ ਪੋਰਸ਼ਨ ਜਿਹੜਾ ਹੈ ਉਹ ਨਿਊਕਲੀਅਸ ਕੈਰੀ ਕਰਦਾ ਹੈ। ਕਿੰਨਾ ਫੈਕਟਰ ਹੈ ਉਹ ਦੈਟ ਇਜ਼ 99.75% ਆਫ ਮਾਸ ਆਫ ਐਟਮ। ਮਤਲਬ ਇੱਕ ਐਟਮ ਦੇ ਮਾਸ ਦਾ 99.75% ਜਿਹੜਾ ਹੈ ਉਹ ਨਿਊਕਲੀਅਸ ਦਾ ਮਾਸ ਹੁੰਦਾ ਹੈ। ਉਸ ਤੋਂ ਬਾਅਦ ਨੈਕਸਟ ਟਰਮ ਹੈ ਐਟੋਮਿਕ ਮਾਸ ਯੂਨਿਟ। ਇਹ ਤੁਸੀਂ ਬੇਟਾ ਬਹੁਤ ਵਾਰੀ ਪੜ੍ਹ ਚੁੱਕੇ ਹੋ, ਇਹ ਟਰਮ ਨੂੰ ਮੈਂ ਸਕਿਪ ਕਰ ਰਹੀ ਹਾਂ। ਉਸ ਤੋਂ ਬਾਅਦ ਹੈ ਨਿਊਕਲੀਅਸ ਦੀ એનર્ਜੀ। ਨਿਊਕਲੀਅਸ ਦੀ એનર્ਜੀ ਨੂੰ ਐਕਸਪ੍ਰੈਸ ਕਰਨ ਦੇ ਲਈ એનર્ਜੀ ਦੇ ਜਿਹੜੇ ਯੂਨਿਟਸ ਨੇ ਦੈਟ ਆਰ ਜੂਲ ਔਰ ਇਲੈਕਟ੍ਰੋਨ ਵੋਲਟ। ਹੁਣ ਇਲੈਕਟ੍ਰੋਨ ਵੋਲਟ ਹੁੰਦਾ ਕੀ ਹੈ? ਇਲੈਕਟ੍ਰੋਨ ਵੋਲਟ ਨੂੰ ਅਸੀਂ ਕੈਲਕੂਲੇਟ ਕਿਵੇਂ ਕਰਦੇ ਹਾਂ? ਤਾਂ એનર્ਜੀ acquired by an electron when accelerated in potential difference of 1 volt is called 1 electron volt energy। ਜਦੋਂ ਇੱਕ ਇਲੈਕਟ੍ਰੋਨ ਜਿਹੜਾ ਹੈ ਅਗਰ ਅਸੀਂ ਉਹਨੂੰ ਪੋਟੈਂਸ਼ੀਅਲ ਡਿਫਰੈਂਸ 1 ਵੋਲਟ ਦਾ ਅਪਲਾਈ ਕਰਦੇ ਹਾਂ ਤਾਂ ਉਹ ਐਕਸਲਰੇਟ ਹੋਏਗਾ। ਮੀਨਸ ਪੋਟੈਂਸ਼ੀਅਲ ਦੇਣ 'ਤੇ ਉਹਦੇ 'ਚ ਐਕਸਲੇਸ਼ਨ ਪ੍ਰੋਡਿਊਸ ਹੋਏਗੀ, ਮਤਲਬ ਉਹ 'ਚ ਚੇਂਜਿਸ ਆਉਣਗੀਆਂ ਅਤੇ ਉਸ ਟਾਈਮ ਉਹ ਕਿੰਨੀ એનર્ਜੀ ਗੇਨ ਕਰੇਗਾ ਉਹਨੂੰ ਅਸੀਂ ਬੋਲਦੇ ਹਾਂ ਇਲੈਕਟ੍ਰੋਨ ਵੋਲਟ એનર્ਜੀ। ਤਾਂ 1 ਇਲੈਕਟ੍ਰੋਨ ਵੋਲਟ ਕੀ ਹੈ? 1 ਇਲੈਕਟ੍ਰੋਨ ਵੋਲਟ ਇਲੈਕਟ੍ਰੋਨ ਕਿੰਨਾ ਚਾਰਜ ਹੈ 1.6 × 10⁻⁻19 ਕੂਲਮ ਇਨਟੂ ਪੋਟੈਂਸ਼ੀਅਲ ਕਿੰਨਾ ਅਪਲਾਈ ਕੀਤਾ ਸੀ? 1 ਵੋਲਟ ਅਪਲਾਈ ਕੀਤਾ ਸੀ। ਤਾਂ 1.6 × 10⁻⁻19 ਕੂਲਮ ਵੋਲਟ ਇਹਨੂੰ ਅਸੀਂ ਲਿਖ ਸਕਦੇ ਹਾਂ ਜੂਲ 'ਚ। ਉਸ ਤੋਂ ਇਲਾਵਾ ਐਨਰਜੀ ਇਜ਼ ਗਿਵਨ ਬਾਈ mc² ਅਕੋਰਡਿੰਗ ਟੂ ਆਇਨਸਟਾਈਨਸ ਮਾਸ ਐਨਰਜੀ ਰਿਲੇਸ਼ਨ। ਅਗਰ ਅਸੀਂ ਇੱਥੇ ਮਾਸ 1 ਐਟੋਮਿਕ ਯੂਨਿਟ ਲੈ ਰਹੇ ਹਾਂ, 1 ਐਟੋਮਿਕ ਯੂਨਿਟ ਇਹ ਬਹੁਤ ਸਮਾਲ ਯੂਨਿਟ ਹੈ ਬੇਟਾ। ਅਗਰ ਅਸੀਂ ਇਹਨੂੰ kg 'ਚ ਕਨਵਰਟ ਕਰਨਾ ਹੁੰਦਾ ਕਿਉਂਕਿ ਆਮ ਲਾਈਫ ਦੇ ਵਿੱਚ ਐਟੋਮਿਕ ਪਾਰਟੀਕਲਸ ਸਾਨੂੰ ਵਿਜ਼ੀਬਲ ਨਹੀਂ ਹੈ, ਅਸੀਂ ਲਾਰਜ ਸਾਈਜ਼ ਆਬਜੈਕਟਸ ਦੇਖਦੇ ਹਾਂ ਤਾਂ ਸਾਨੂੰ એનર્ਜੀ ਦੇ ਬਿਗਰ ਯੂਨਿਟਸ ਨੇ ਜਿਹੜੇ ਉਹ ਕੰਸੀਡਰ ਕਰਨੇ ਪੈਂਦੇ ਨੇ। ਤਾਂ 1 ਐਟੋਮਿਕ ਮਾਸ ਯੂਨਿਟ ਜਿਹੜਾ ਹੈ ਦੈਟ ਇਜ਼ 1.66 × 10⁻⁻27 kg। ਤਾਂ ਅਗਰ ਅਸੀਂ એનર્ਜੀ ਕੈਲਕੂਲੇਟ ਕਰ ਰਹੇ ਹਾਂ ਮਾਸ ਇੰਨਾ ਹੈ ਇਨਟੂ ਸੀ ਲਾਈਟ ਦੀ ਵੈਲੋਸਿਟੀ ਹੈ 3 × 10⁸ ਦਾ ਸਕੁਅਰ ਕੀਤਾ ਹੋਇਆ 9 × 10⁻16 ਜੂਲ ਬਣ ਗਿਆ ਇਹ। ਤਾਂ ਇਹ ਜੋ ਫੈਕਟਰ ਆਊਗਾ ਉਹਦੀ ਆ ਵੈਲਿਊ ਬਣਨੀ ਹੈ। ਤੈਨੂੰ ਇਲੈਕਟ੍ਰੋਨ ਵੋਲਟ 'ਚ ਕਨਵਰਟ ਕਰਨ ਦੇ ਲਈ ਅਸੀਂ ਇਹਨੂੰ ਡਿਵਾਈਡ ਕਰਦੇ ਹਾਂ 1.6 × 10⁻⁻19 ਦੇ ਨਾਲ। ਤਾਂ ਤੁਹਾਡੇ ਕੋਲ ਫਿਗਰ ਆਏਗੀ 931.48 × 10⁻6 ਇਲੈਕਟ੍ਰੋਨ ਵੋਲਟ, ਜਾਂ ਫਿਰ ਤੁਸੀਂ ਇਹਨੂੰ 10⁻6 ਨੂੰ ਕਨਵਰਟ ਕਰ ਸਕਦੇ ਹੋ ਮੈਗਾ ਇਲੈਕਟ੍ਰੋਨ ਵੋਲਟ, ਜਾਂ ਮਿਲੀਅਨ ਇਲੈਕਟ੍ਰੋਨ ਵੋਲਟ ਵੀ ਅਸੀਂ ਲਿਖ ਸਕਦੇ ਹਾਂ। ਤਾਂ 1 ਐਟੋਮਿਕ ਮਾਸ ਯੂਨਿਟ ਕਿੰਨੀ એનર્ਜੀ ਦੇ ਕੋਰਸਪੋਂਡ ਹੈ? 931.5 MeV ਇਲੈਕਟ੍ਰੋਨ ਔਰ ਮੈਗਾ ਇਲੈਕਟ੍ਰੋਨ ਵੋਲਟ એનર્ਜੀ ਦੇ ਬਰਾਬਰ ਹੈ। ਨੈਕਸਟ ਹੈ ਨਿਊਕਲੀਅਸ ਦੀ ਡੈਂਸਿਟੀ। ਨਿਊਕਲੀਅਸ ਦੀ ਡੈਂਸਿਟੀ ਅਸੀਂ ਕਿਵੇਂ ਫਾਈਂਡ ਆਊਟ ਕਰਦੇ ਹਾਂ? ਦੇਖੋ ਡੈਂਸਿਟੀ ਹੁੰਦੀ ਹੈ ਮਾਸ ਆਫ ਨਿਊਕਲੀਅਸ ਅਪੋਨ ਵੋਲਿਊਮ ਆਫ ਦਾ ਨਿਊਕਲੀਅਸ। ਮਾਸ ਆਫ ਦਾ ਨਿਊਕਲੀਅਸ ਦਾ ਮਾਸ ਕਿੰਨਾ ਹੋਊਗਾ? ਓਬਵੀਅਸ ਹੈ ਕਿ ਜਿੰਨੇ ਉਹਦੇ ਵਿੱਚ ਪਾਰਟੀਕਲਸ ਪਏ ਹੋਣਗੇ ਉਹਨਾਂ ਦੇ ਮਾਸ ਦੇ ਬਰਾਬਰ ਹੋਊਗਾ। ਤਾਂ ਮਾਸ ਆਫ 1 ਨਿਊਕਲੀਓਨ ਇਨਟੂ ਨੰਬਰ ਆਫ ਨਿਊਕਲੀਓਨਸ ਕਿੰਨੇ ਨੇ? ਵੋਲਿਊਮ ਆਫ ਨਿਊਕਲੀਅਸ ਕੀ ਹੈ? 4/3 pi r cube। Then mass of one nucleon 1.6 into 10⁻⁻27 into number of nucleons किन्ने हुंदे जिन्हां दा mass number हुंदा है 4/3 pi
आर क्यूब बेटा ਅਸੀਂ फाइंड आउट ਕੀਤਾ ਸੀਗਾ देखो r इज इक्वल टू r नॉट a रेज टू द पावर 1/3 ਸੀ ਤਾਂ ਆਪਾਂ r ਦੀ ਇਸ ਰਿਲੇਸ਼ਨ ਤੋਂ ਵੈਲਿਊ ਲੈ ਕੇ ਇੱਥੇ ਪੁੱਟ ਕਰਾਂਗੇ ਕਿਉਂਕਿ ਇੱਥੇ ਆਲਰੇਡੀ ਕਿਊਬ ਹੈ ਤਾਂ ਇਹ r ਨॉट ਕਿਊਬ ਇਨਟੂ a ਬਣ ਜਾਊਗਾ ਮਾਸ ਨਾਲ ਮਾਸ ਕੱਟਿਆ ਗਿਆ ਤਾਂ 1.663 ਉੱਪਰ ਚਲਾ ਗਿਆ ਤਾਂ ਇਹ ਸਾਰੀ ਕੈਲਕੂਲੇਸ਼ਨ ਜਦੋਂ ਤੁਸੀਂ ਕਰੋਗੇ ਤਾਂ ਨਿਊਕਲੀਅਸ ਦੀ ਜਿਹੜੀ ਡੈਂਸਿਟੀ ਹੈ ਅਪਰੋਕਸੀਮੇਟਲੀ 3 × 10⁻17 kg/m³ ਆਊਗੀ। देखो बेटा फैक्टर बहुत बड़ा है 10⁻17 मतलब न्यूक्लियस है जिहड़ा वो एक हाईली डेंस्ड कट कर दे कहोगी चल अंगूठा है मेरा चल लगा के चल देखो बेटा ये वैल्यू बहुत ज़्यादा है 10⁻17 इस तो पता चलता है कि ਜਿਹੜਾ ਨਿਊਕਲੀਅਸ ਹੈ ਉਹ ਹਾਈਲੀ ਡੈਂਸ ਹੈ। ਉਸ ਤੋਂ ਬਾਅਦ ਨਿਊਕਲੀਅਸ ਤੇ ਚਾਰਜ ਕਿੰਨਾ ਹੋਊਗਾ ਜਿੰਨੇ ਉਹਦੇ ਵਿੱਚ ਚਾਰਜ ਪਾਰਟੀਕਲਸ ਪਏ ਨੇ। ਚਾਰਜ ਪਾਰਟੀਕਲਸ ਕਿਹੜੇ ਨੇ ਪ੍ਰੋਟੋਨਸ ਨੇ ਕਿਉਂਕਿ ਨਿਊਟਰੋਨ ਆਰ ਨਿਊਟਰਲ ਪਾਰਟੀਕਲਸ ਤਾਂ ਜਿੰਨੇ ਪ੍ਰੋਟੋਨਸ ਕਿੰਨੇ ਹੁੰਦੇ ਨੇ ਜਿੰਨਾ ਐਟੋਮਿਕ ਨੰਬਰ ਹੁੰਦਾ ਹੈ ਇਸ ਕਰਕੇ ਨਿਊਕਲੀਅਸ ਤੇ ਫਿਰ ਚਾਰਜ ਕਿੰਨਾ ਹੋਊਗਾ Z/E मतलब Z/E मतलब जिन्ना प्रोटॉन्स ते चार्ज है। उस तो बाद वेव मकैनिकल प्रॉपर्टीज़ क्वांटम मकैनिक्स दे विच देखो असी पढ़ चुके हैं वेव पार्टिकल डुअलिटी मीनस जिहड़े पार्टिकल्स हुंदे ने उन्हां दी वेव नेचर भी हुंदी है ਤਾਂ ਇਸ ਕਰਕੇ ਪਾਰਟੀਕਲਸ ਨੂੰ ਪਾਰਟੀਕਲਸ ਦੀਆਂ ਕੁਝ ਵੇਵ ਪ੍ਰੋਪਰਟੀਜ਼ ਵੀ ਹੁੰਦੀਆਂ ਨੇ। ਉਹਨਾਂ ਚੋਂ ਫਸਟ ਪ੍ਰੋਪਰਟੀ ਹੈ ਪੈਰਿਟੀ ਇੱਕ ਫੰਡਾਮੈਂਟਲ ਪ੍ਰੋਪਰਟੀ ਹੈ ਨਿਊਕਲੀਅਸ ਦੀ ਜਿਹੜੀ ਕਿ ਕੋਆਰਡੀਨੇਟਸ ਤੇ ਡਿਪੈਂਡ ਕਰਦੀ ਹੈ। ਮੀਨਸ ਅਗਰ ਅਸੀਂ ਕੋਆਰਡੀਨੇਟਸ ਦੀ ਮਿਰਰ ਇਮੇਜ ਦੇਖਦੇ ਹਾਂ ਕੋਆਰਡੀਨੇਟਸ ਨੂੰ ਇਸ ਤਰ੍ਹਾਂ ਸ਼ਿਫਟ ਕਰਦੇ ਹਾਂ ਮਿਰਰ ਇਮੇਜ ਦੀ ਤਰ੍ਹਾਂ ਸ਼ਿਫਟ ਕਰਦੇ ਹਾਂ ਤਾਂ ਵੇਵ ਫੰਕਸ਼ਨ ਤੇ ਕੀ ਇਫੈਕਟ ਪੈਂਦਾ ਹੈ। ਅਗਰ ਤਾਂ ਵੇਵ ਫੰਕਸ਼ਨ 'ਚ ਕੋਈ ਚੇਂਜ ਨਹੀਂ ਹੈ ਸਾਈਨ ਦੇ ਰਿਲੇਸ਼ਨ ਦੇ ਅਕੋਰਡਿੰਗ ਅਗਰ ਕੋਈ ਚੇਂਜ ਨਹੀਂ ਹੈ ਤਾਂ ਉਹ ਈਵਨ ਪੈਰਿਟੀ ਬੋਲਿਆ ਜਾਂਦਾ ਹੈ। ਅਗਰ ਮਾਈਨਸ ਸਾਈਨ ਅਪੀਅਰ ਹੋ ਜਾਂਦਾ ਹੈ ਤਾਂ ਫਿਰ ਅਸੀਂ ਉਹਨੂੰ ਔਡ ਪੈਰਿਟੀ ਬੋਲਦੇ ਹਾਂ। ਦੇਖੋ ਜਿਸ ਤਰ੍ਹਾਂ ਵੇਵ ਫੰਕਸ਼ਨ ਦੇ ਕੋਆਰਡੀਨੇਟਸ XYZ ਨੇ ਅਗਰ ਤੁਸੀਂ ਇਹਨਾਂ ਨੂੰ -x -y -z 'ਚ ਕਨਵਰਟ ਕਰਦੇ ਹੋ ਤੁਹਾਡਾ ਆਨਸਰ ਬਰਾਬਰ ਆ ਰਿਹਾ ਹੈ ਤਾਂ ਅਸੀਂ ਇਹਨੂੰ ਈਵਨ ਪੈਰਿਟੀ ਬੋਲਦੇ ਹਾਂ। ਔਡ ਪੈਰਿਟੀ 'ਚ ਕੀ ਹੈ ਕਿ ਜਦੋਂ ਤੁਸੀਂ ਕੋਆਰਡੀਨੇਟਸ ਨੂੰ ਮਾਈਨਸ 'ਚ ਚੇਂਜ ਕਰੋਗੇ ਤਾਂ ਤੁਹਾਡੇ ਆਨਸਰ 'ਚ ਮਾਈਨਸ ਆ ਜਾਊਗਾ ਇਹਨੂੰ ਅਸੀਂ ਔਡ ਪੈਰਿਟੀ ਬੋਲਦੇ ਹਾਂ। ਜਿਹੜੀ ਪੈਰਿਟੀ ਹੈ ਇਟ ਇਜ਼ ਆਲਸੋ ਰਿਲੇਟਿਡ ਵਿਦ ਐਂਗੂਲਰ ਮੋਮੈਂਟਮ ਇਹ ਐਂਗੂਲਰ ਮੋਮੈਂਟਮ ਦੇ ਨਾਲ ਵੀ ਰਿਲੇਟਿਡ ਹੈ। अगर एंगुलर मोमेंटम ईवन होएगा तो पैरिटी भी ईवन होएगी अगर एंगुलर मोमेंटम ऑड होएगा तो पैरिटी भी ऑड होएगी। अगर सानू एंगुलर मोमेंटम पता है तो असी पैरिटी फाइंड आउट कर सकते हैं। ਉਹਦੇ ਲਈ बेटा एक रिलेशन है -1⁻L देखो अगर L ईवन है तो ਤੁਹਾਡੀ पैरिटी की आऊगी ईवन मतलब तुसीं उरे ईवन वैल्यू लिख रहे हो तो आंसर ਤੁਹਾਡਾ पॉजिटिव आऊगा। अगर ਤੁਹਾਡੀ ਇਹ वैल्यू ऑड है तो ਤੁਹਾਡਾ आंसर भी की आऊगा ऑड आऊगा तो थोड़ी पैरिटी ऑड आऊगी। असी इस रिलेशन तो फाइंड आउट कर सकते हैं। उस तो बाद स्टैटिस्टिक्स ने देखो सैकेंड ईयर दे विच तुसी पढ़ियां ने 3 टाइप्स ऑफ स्टैटिस्टिक्स मैक्सवैल बोल्ट्जमैन फर्मी ड्रैक बोस आइंस्टाइन। हुण ये चीज़ पार्टिकल्स ते डिपेंड करती हुंदी है भी पार्टिकल्स दी किस तरह दी नेचर है ਉਹਦੇ ਹਿਸਾਬ ਨਾਲ ਫਿਰ ਉਹ ਸਟੈਟਿਸਟਿਕਸ ਸੋਬੇ ਕਰਦੇ ਨੇ। ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਇਲੈਕਟ੍ਰੋਨ ਪ੍ਰੋਟੋਨਸ ਨਿਊਟਰੋਨਸ ਇਹਨਾਂ ਦੀ ਹਾਫ ਸਪਿਨ ਹੁੰਦੀ ਹੈ ਡਿਊ ਟੂ ਹਾਫ ਸਪਿਨ ਦੇ ਹੋਵੇ ਫਰਮੀ ਡਰੈਕ ਸਟੈਟਿਸਟਿਕਸ। ਤਾਂ ਜਿਹੜਾ ਨਿਊਕਲੀਅਸ ਹੈ ਨਿਊਕਲੀਅਸ ਦੋ ਤਰ੍ਹਾਂ ਦੀ ਸਟੈਟਿਸਟਿਕ ਫੋਲੋ ਕਰਦਾ ਹੈ ਫਰਮੀ ਡਰੈਕ ਐਂਡ ਬੋਸ ਆइंस्टाइन। ਹੁਣ ਇਹ ਦੋਨੋਂ ਸਟੈਟਿਸਟਿਕਸ ਕਿਵੇਂ ਫੋਲੋ ਕਰਦਾ ਹੈ ਦੇਖੋ ਡਿਪੈਂਡ ਕਰਦਾ ਕਿ ਉਹਦਾ ਮਾਸ ਨੰਬਰ ਕਿੰਨਾ ਹੈ। ਦੇਖੋ ਅਗਰ ऑड मास नंबर है ऑड मास नंबर का मतलब है कि ਇਹਦੀ हाफ इंटैग्रल स्पिन आऊगी एज अ होल। अगर असी पूरे न्यूक्लीयस की देखते हैं ऑड नंबर का मतलब है कि हाफ इंटैग्रल स्पिन होगी इस करके फिर ऑबे करूँगा फर्मी ड्रैक स्टैटिस्टिक्स नू। अगर ईवन है ईवन का मतलब है इंटैग्रल स्पिन फिर ऑबे करूँगा बॉस आइंस्टाइन स्टैटिस्टिक्स नू। तो डिपेंड करता है कि न्यूक्लीयस दे विच जिहड़ा उहदा मास नंबर है न्यूक्लीयस का मास नंबर है वो ईवन है या ऑड है। नैक्सट प्रॉपर्टी है एंगूलर मोमेंटम ऑफ द न्यूक्लीयस। देखो न्यूक्लीयस का जिहड़ा एंगूलर मोमेंटम है टोटल एंगूलर मोमेंटम है जिहड़ा वो डिपेंड करता है उहदे स्पिन एंगूलर मोमेंटम ते उहदे ऑर्बिटल एंगूलर मोमेंटम ते। क्योंकि न्यूक्लीयस दे विच जिहड़े पार्टिकल्स पए ने दैट आर प्रोटॉन्स एंड
ਨਿਊਟਰੋਨਸ ਉਹਨਾਂ ਦਾ ਸਪਿਨ ਮੋਮੈਂਟਮ ਵੀ ਹੈ, ਉਹਨਾਂ ਦਾ ਡਿਊ ਟੂ ਰੋਟੇਸ਼ਨ ਆਰਬਿਟਲ ਐਂਗੂਲਰ ਮੋਮੈਂਟਮ ਵੀ ਹੈ। ਪਰ ਸਪਿਨ ਐਂਗੂਲਰ ਮੋਮੈਂਟਮ ਹੈ ਜਿਹੜਾ ਕੁਆਂਟਮ 'ਚ ਅਸੀਂ ਪੜ੍ਹ ਚੁੱਕੇ ਹਾਂ, ਦੈਟ ਇਜ਼ 1/2 h ਬਾਰ। ਤੇ ਇਹਦੀਆਂ ਦੋ ਸਟੇਟਸ ਐਗਜ਼ਿਸਟ ਕਰਦੀਆਂ ਨੇ, ਜਾਂ ਤਾਂ ਪੈਰਲਰ ਜਾਂ ਐਂਟੀ ਪੈਰਲਰ। ਸਾਨੂੰ ਪਤਾ ਹੈ ਕਿ ਪਾਰਟੀਕਲ ਜਾਂ ਪੈਰਲਰ ਐਗਜ਼ਿਸਟ ਕਰਦੇ ਨੇ ਜਾਂ ਐਂਟੀ ਪੈਰਲਰ ਐਗਜ਼ਿਸਟ ਕਰਦੇ ਨੇ। ਉਸ ਤੋਂ ਬਾਅਦ orbital angular momentum is given by nh bar। orbital angular momentum is nh bar। ਦੇਖੋ ਹੁਣ ਇਹ ਚੀਜ਼ ਮਾਸ ਤੇ ਡਿਪੈਂਡ ਕਰਦੀ ਹੈ ਕਿ ਟੋਟਲ ਐਂਗੂਲਰ ਮੋਮੈਂਟਮ ਕਿੰਨਾ ਹੋਊਗਾ। ਸਪੋਜ਼ ਕਰੋ ਇਹ ਔਡ ਹੈ, ਇਹ ਮਤਲਬ ਮਾਸ ਨੰਬਰ ਅਗਰ ਉਹਦਾ ਔਡ ਹੈ, ਔਡ ਦਾ ਮਤਲਬ ਹੈ ਕਿ ਉਹਦਾ ਹਾਫ ਇੰਟੈਗਰਲ ਸਪਿਨ ਹੋਊਗਾ, ਮਤਲਬ ਸਪਿਨ ਮੋਮੈਂਟਮ ਕਿੰਨਾ ਹੋ ਗਿਆ 1/2 h ਬਾਰ ਪਲੱਸ ऑर्बिटल कितना सीगा NH बार सी। तो टोटल एंगुलर मोमेंटम इन केस इफ A इज ऑड इज गिवन बाय H बार बाय 2 कॉमन कट लिया तो ये 1 + 2n बन गया। बट अगर A ईवन है मतलब थोड़ा न्यूक्लियस जिहड़ा है वो इस तरह का है कि उसका मास नंबर ईवन है। ईवन का मतलब कि उसकी इंटैग्रल स्पिन होगी। इंटैग्रल मतलब असीं कह सकते हैं कि स्पिन ने जिहड़ियां वो आपस दे विच कैंसल हो जाणगियां। तो कैंसल होने तो बाद स्पिन एंगुलर मोमेंटम 0 प्लस एंड ऑर्बिटल एंगुलर मोमेंटम इज गिवन बाय NH बार। तो उस केस एंगुलर मोमेंटम कितना होगा NH बार। तो ये सारा कुछ इस चीज़ से डिपेंड करता है कि मास नंबर ईवन है या ऑड है। तो नेक्स्ट है मैग्नेटिक मूवमेंट ऑफ द न्यूक्लियस। न्यूक्लियस का मैग्नेटिक मूवमेंट असीं किस तरह फाइंड आउट करते हैं। देखो इलैक्ट्रॉन्स ने जिहड़े इलैक्ट्रॉन्स रिवॉल्व करते हैं ऑर्बिट दे विच। एक्चुअली पहला असीं इलैक्ट्रॉन्स दे लई कैलकुलेट करांगे, उस तो बाद असीं उहनूं एक्सटेंड करांगे फॉर प्रोटॉन्स एंड न्यूट्रॉन्स। तो कहते इलैक्ट्रॉन्स ने जिहड़े ऑर्बिट दे विच मूव करते हैं, तो जदों ऑर्बिट दे विच मूव करते हैं, देखो ऑर्बिट च मूव कर रहे हैं, तो असीं कहने आ कि मूविंग इलैक्ट्रॉन कॉन्स्टिट्यूएंट करंट, तो वो एक करंट लूप की तरह बिहेव करता है सिस्टम। तो अगर ये करंट लूप है तो उस करंट लूप का मैग्नेटिक मूवमेंट जिहड़ा है वो कितना होगा करंट इंटू एरिया ऑफ द लूप। ये तुसी इलैक्ट्रिसिटी एंड मैग्नेटिज्म च पढ़िया होया है, सेम आर्टिकल है बेटा। मैग्नेटिक मूवमेंट फॉर अ करंट लूप इज़ I इंटू A, मतलब करंट इंटू एरिया ऑफ द लूप। बट आप इनू कंपेयर कर रहे हैं कि जिस तरह इलैक्ट्रॉन्स अपने ऑर्बिट दे विच घूमदे ने, तो एरिया है जिहड़ा सर्कुलर पाथ है πr² लिख सकते हैं। करंट है जिहड़ा उहनूं चार्ज अपॉन टाइम लिख सकते हैं विद नैगेटिव साइन क्योंकि इलैक्ट्रॉन कंसीडर किए हैं। दैन जिहड़ा टाइम है, टाइम नूं असीं की लिख सकते हैं डिस्टेंस अपॉन वेलोसिटी। डिस्टेंस कितनी कवर करनी है, एक पाथ कवर करना है 2πr एंड v इज़ वेलोसिटी। तो ये एक्सप्रैशन अपने को बन गया मैग्नेटिक मूवमेंट का माइनस चार्ज v अपॉन 2πr इंटू πr²। पाई नाल पाई कट्टिया गया, एक आर नाल एक आर कैंसल हो गया। तो मैग्नेटिक मूवमेंट का नैट शैल एक्सप्रैशन की बन गया माइनस E अपॉन 2m नाल मल्टीप्लाई करना, m दे नाल ही डिवाइड करना है। ये हुण mvr बना लिया सी, इत्थे टर्म बना ली mvr। इनू असीं बोलते हैं एंगुलर मोमेंटम। mvr इज़ एंगुलर मोमेंटम। उस तो बाद अकॉर्डिंग टू बोहर्स थ्योरी, देखो बोहर्स के जिहड़े पोस्टुलेट सी, बोहर ने कहा सी कि कोई भी पार्टिकल अपने परमिसिबल ऑर्बिट दे विच तां मूव करूगा, तां घूमूगा, तां रोटेट करूगा अगर उहदा एंगुलर मोमेंटम मल्टीपल होगा, इंटैग्रल मल्टीपल होगा h बार का। ये बोहर्स थ्योरी का पोस्टुलेट है कि कोई पार्टिकल अपने परमिसिबल ऑर्बिट दे विच तां मूव करूगा अगर उहदा एंगुलर मोमेंटम इंटैग्रल मल्टीपल है h बार का। दैट मीनस कि mvr की जगह ते असीं nh बार लिख सकते हैं। इत्थे mvr की जगह असीं की लिख सकते हैं nh बार। तो एक्सप्रैशन की बन गया माइनस चार्ज h बार n अपॉन 2m। एन तुसी समझते हो, एन इज़ द ऑर्डर फर्स्ट सैकेंड थर्ड एंड सो ऑन। हुण अगर असी हाइड्रोजन एटम का केस लैंदे आ, हाइड्रोजन एटम के केस च अगर वो ग्राउंड स्टेट च पिया है तो वो एन की वैल्यू कितनी होगी 1।
ਅਗਰ ਅਸੀਂ ਆਪਣੇ ਐਕਸਪ੍ਰੈਸ਼ਨ 'ਚ ਪੁੱਟ ਕਰਦੇ ਹਾਂ ਤਾਂ ਸਾਡੇ ਕੋਲ ਮੈਗਨੈਟਿਕ ਮੂਵਮੈਂਟ ਆ ਗਿਆ। ਦੇਖੋ ਬੇਟਾ ਇਸ ਐਕਸਪ੍ਰੈਸ਼ਨ 'ਚ ਪੁੱਟ ਕੀਤਾ ਹੈ, n1 ਪੁੱਟ ਕਰਤਾ ਤਾਂ ਤੁਹਾਡੇ ਕੋਲ ਮੈਗਨੈਟਿਕ ਮੂਵਮੈਂਟ ਆ ਗਿਆ ਚਾਰਜ h ਬਾਰ ਅਪੋਨ 2m। ਹੁਣ ਕਿਉਂਕਿ ਆਪਾਂ ਇਲੈਕਟ੍ਰੋਨ ਦੇ ਲਈ ਕੈਲਕੂਲੇਟ ਕੀਤਾ ਸੀ ਤਾਂ ਆਪਾਂ m ਦੇ ਪੈਰਾਂ 'ਚ ਸਬਸਕ੍ਰਿਪਸ਼ਨ ਕੀ ਲਗਾਤੀ, e ਲਗਾਤੀ ਕਿ ਦਿਸ ਇਜ਼ ਫॉर ਇਲੈਕਟ੍ਰੋਨਸ। ਹੁਣ ਇੱਥੇ b ਲਿਖਿਆ ਹੈ, b ਇਹ ਸਿੰਬਲ ਹੈ ਬੋਹਰ ਮੈਗਨੇਟੋਨ ਦੇ ਲਈ। ਇਹ ਜਿਹੜੀ ਕੁਆਂਟੀਟੀ ਹੈ ਫॉर n1 ਇਹਨੂੰ ਅਸੀਂ 1 ਬੋਹਰ ਮੈਗਨੇਟੋਨ ਬੋਲਦੇ ਆ। ਹੁਣ ਬੋਹਰ ਮੈਗਨੇਟੋਨ ਹੈ ਕੀ? ਬੋਹਰ ਮੈਗਨੇਟੋਨ ਐਕਚੁਅਲੀ 'ਚ ਯੂਨਿਟ ਹੈ ਮੈਗਨੈਟਿਕ ਮੂਵਮੈਂਟ ਦਾ। ਦੇਖੋ ਮੈਗਨੈਟਿਕ ਮੂਵਮੈਂਟ ਦਾ ਆਪਣੇ ਕੋਲ ਆ ਐਕਸਪ੍ਰੈਸ਼ਨ ਬਣਿਆ ਦਿਸ, ਆਪਾਂ ਇੱਥੇ n1 ਪੁੱਟ ਕਰ ਰਹੇ ਹਾਂ ਤਾਂ ਇਹ 1 ਬੋਹਰ ਮੈਗਨੇਟੋਨ ਹੋ ਗਿਆ। ਅਗਰ ਅਸੀਂ ਇੱਥੇ 2 ਪੁੱਟ ਕਰ ਰਹੇ ਹਾਂ ਤਾਂ ਇਹ 2 ਬੋਹਰ ਮੈਗਨੇਟੋਨ ਹੋ ਗਿਆ, ਕਿਉਂਕਿ E ਫਿਕਸ, H ਬਾਰ ਫਿਕਸ, 2 ਫਿਕਸ, M ਫਿਕਸ, ਇਹ ਫਿਕਸ ਵੈਲਿਊਜ਼ ਨੇ। N ਦੀ ਵੈਲਿਊ ਵੇਰੀ ਕਰੂਗੀ, 1 ਬੋਹਰ ਮੈਗਨੇਟੋਨ, 2 ਬੋਹਰ ਮੈਗਨੇਟੋਨ ਐਂਡ ਸੋ ਔਨ। ਤਾਂ ਬੋਹਰ ਮੈਗਨੇਟੋਨ ਕੀ ਹੈ? ਇਟ ਇਜ਼ ਦਾ ਯੂਨਿਟ ਆਫ ਮੈਗਨੈਟਿਕ ਮੂਵਮੈਂਟ। ਸਿਮਿਲਰਲੀ ਅਗਰ ਅਸੀਂ ਨਿਊਕਲੀਓਨਸ ਦੇ ਲਈ ਕੱਢਦੇ ਹਾਂ ਤਾਂ ਬੇਟਾ ਸੇਮ ਐਕਸਪ੍ਰੈਸ਼ਨ ਆਊਗਾ, ਸਿਰਫ ਉਰੇ ਮਾਸ ਜਿਹੜਾ ਹੈ ਪ੍ਰੋਟੋਨ ਦਾ ਕੱਢਣਾ ਤਾਂ ਪ੍ਰੋਟੋਨ ਦਾ ਪੁੱਟ ਕੀਤਾ ਜਾਊਗਾ, ਨਿਊਟਰੋਨ ਦੇ ਲਈ ਕੱਢਣਾ ਤਾਂ ਨਿਊਟਰੋਨ ਦਾ ਪੁੱਟ ਕੀਤਾ ਜਾਊਗਾ। ਹਾਂਜੀ ਬੇਟਾ ਨੈਕਸਟ ਟਰਮ ਹੈ ਇਲੈਕਟ੍ਰਿਕ ਕੁਆਡਰਪਲ ਮੂਵਮੈਂਟ। ਇਹਨੂੰ ਅਸੀਂ Q ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਕੁਆਡਰਪਲ ਮੂਵਮੈਂਟ ਹੈ ਕੀ? ਐਕਚੁਅਲੀ ਨਿਊਕਲੀਅਸ ਇਜ਼ ਸਫੈਰਿਕਲ ਇਨ ਸ਼ੇਪ, ਪਰ ਕਈ ਕੇਸਿਸ 'ਚ ਕੀ ਹੁੰਦਾ ਹੈ, ਕਈ ਕੇਸਿਸ ਜਦੋਂ ਅਸੀਂ ਹੈਵੀ ਐਲੀਮੈਂਟਸ ਦੀ ਗੱਲ ਕਰਦੇ ਹਾਂ, ਜਦੋਂ ਨੰਬਰ ਆਫ ਪ੍ਰੋਟੋਨਸ, ਨੰਬਰ ਆਫ ਨਿਊਟਰੋਨਸ ਦੀ ਕਾਊਂਟਿੰਗ ਵੱਧਦੀ ਹੈ ਨਿਊਕਲੀਅਸ ਦੇ ਵਿੱਚ, ਤਾਂ ਉਹਦੀ ਜਿਹੜੀ ਸਫੈਰਿਕਲ ਸਿਮੈਟ੍ਰਿਕ ਸ਼ੇਪ ਹੈ ਉਹ ਡਿਸਟੋਰਟਡ ਹੋ ਜਾਂਦੀ ਹੈ। ਤੇ ਕੁਆਡਰਪਲ ਮੂਵਮੈਂਟ ਇੱਕ ਪੈਰਾਮੀਟਰ ਹੈ ਜਿਹੜਾ ਨਿਊਕਲੀਅਸ ਦੀ ਸਫੈਰਿਕਲ ਸਿਮੈਟ੍ਰਿਕ ਸ਼ੇਪ ਤੋਂ ਜਿਹੜੀ ਡਿਸਟੋਰਸ਼ਨ ਹੁੰਦੀ ਹੈ ਉਹਨੂੰ ਕੈਲਕੂਲੇਟ ਕਰਦਾ ਹੈ, ਉਹਨੂੰ ਮੈਜ਼ਰ ਕਰਦਾ ਹੈ। ਤਾਂ ਕੁਆਡਰਪਲ ਮੂਵਮੈਂਟ ਕੀ ਹੈ? ਕੁਆਡਰਪਲ ਮੂਵਮੈਂਟ ਇਜ਼ ਅ ਪ੍ਰੋਪਰਟੀ ਆਫ ਨਿਊਕਲੀਅਸ which measure the deviation of shape of nucleus from spherical symmetry। ਤਾਂ ਨਿਊਕਲੀਅਸ ਜੋ ਆਪਣੀ ਸਫੈਰਿਕਲ ਸਿਮੈਟ੍ਰਿਕ ਸ਼ੇਪ ਤੋਂ ਡਿਸਟੋਰਟਡ ਹੋ ਜਾਂਦਾ ਹੈ ਉਹਨੂੰ ਕੈਲਕੂਲੇਟ ਕਰਦੇ ਆ ਅਸੀਂ ਬਾਏ ਇਲੈਕਟ੍ਰਿਕ ਕੁਆਡਰਪਲ ਮੂਵਮੈਂਟ। ਤੇ Q ਦੇ ਜਿਹੜੇ ਯੂਨਿਟਸ ਨੇ ਕੁਆਡਰਪਲ ਮੂਵਮੈਂਟ ਦੇ ਜਿਹੜੇ ਯੂਨਿਟਸ ਨੇ ਉਹ ਬਾਰ ਨੇ, ਤੇ 1 ਬਾਰਨ 10⁻⁻28 ਮੀਟਰ ਸਕੁਅਰ ਦੇ ਬਰਾਬਰ ਹੁੰਦਾ ਹੈ। ਬੇਟਾ ਦੇਖੋ ਇਹਦੇ ਯੂਨਿਟਸ ਨੇਗੇ ਜਿਹੜੇ ਉਹ ਏਰੀਆ ਦੇ ਯੂਨਿਟਸ ਨੇ। ਉਸ ਤੋਂ ਬਾਅਦ ਇਹਨੂੰ ਕੈਲਕੂਲੇਟ ਕਰਨ ਦਾ ਕੀ ਮੈਥਡ ਹੈ, ਡੈਰੀਵੇਸ਼ਨ ਕੀ ਹੈ? ਹੁਣ ਸਪੋਜ਼ ਕਰੋ ਅਗਰ ਚਾਰਜ ਸਿਮੈਟ੍ਰਿਕ ਡਿਸਟ੍ਰੀਬਿਊਸ਼ਨ 'ਚ ਨਹੀਂ ਪਿਆ, ਮਤਲਬ ਸਪੋਜ਼ ਕਰੋ ਕਿ ਕੋਈ ਪਰਟੀਕੂਲਰ ਚਾਰਜ ਪੋਜੀਸ਼ਨ A ਤੇ ਪਿਆ, ਇਹਦੀ ਓਰੀਜਨ ਤੋਂ ਡਿਸਟੈਂਸ ਹੈ ਸਮਾਲ r, ਅਸੀਂ P ਪੁਆਇੰਟ ਤੇ ਪੋਟੈਂਸ਼ੀਅਲ ਕੈਲਕੂਲੇਟ ਕਰਨਾ ਹੈ ਡਿਊ ਟੂ ਦਿਸ ਚਾਰਜ ਐਟ ਦਿਸ ਲੋਕੇਸ਼ਨ A। ਤਾਂ ਅਗਰ P ਪੁਆਇੰਟ Z ਐਕਸਿਸ ਦੇ ਲੌਂਗ ਲਾਈ ਕਰ ਰਿਹਾ ਤਾਂ ਪੋਟੈਂਸ਼ੀਅਲ ਐਟ ਪੁਆਇੰਟ P due to charge at A is 1/4πε0 charge upon r0। r0 ਨੂੰ ਅਸੀਂ ਕਿਸ ਤਰ੍ਹਾਂ ਕੈਲਕੂਲੇਟ ਕਰਾਂਗੇ? ਆਹ ਡਿਸਟੈਂਸ ਅਸੀਂ ਲਿੱਤੀ ਹੋਈ ਆ O to P ਕੈਪੀਟਲ R। r0 ਨੂੰ ਅਸੀਂ ਲਿਖ ਸਕਦੇ ਹਾਂ r² plus small r² minus 2r small r cos theta 1/2। r ਜਿਹੜਾ ਹੈ ਬੇਟਾ r ਪੋਜੀਸ਼ਨ ਵੈਕਟਰ ਹੈ ਪਾਰਟੀਕਲ ਦਾ, x² y² plus z² ਦਾ 1/2। ਤਾਂ ਪੋਟੈਂਸ਼ੀਅਲ ਕੀ ਬਣ ਗਿਆ? 1/4πε0 ਚਾਰਜ। ਨੀਚੇ ਸਾਡੇ ਕੋਲ ਕੀ ਪਿਆ ਸੀ? r0 ਪਿਆ ਸੀ। r0 ਦੀ ਜਗ੍ਹਾ ਤੇ ਅਸੀਂ r0 ਦੀ ਆਹ ਵਾਲੀ ਵੈਲਿਊ ਪੁੱਟ ਕਰ ਦਾਂਗੇ ਦਿਸ ਕੈਪੀਟਲ r² plus small r² minus 2r cos theta ਦਾ 1/2। ਨੈਕਸਟ ਸਟੈਪ 'ਚ ਕੀ ਕਰਨਾ ਹੈ? ਕੈਪੀਟਲ R ਨੂੰ ਬਾਹਰ ਕੱਢ ਲਓ। ਜਦੋਂ ਤੁਸੀਂ ਇਹਨੂੰ ਬਾਹਰ ਕੱਢੋਗੇ ਤਾਂ ਬੇਟਾ ਸਕੁਅਰ ਪਿਆ, ਇੱਧਰ ਪਾਵਰ 1/2 ਪਈ ਹੈ ਤਾਂ ਸਿੰਗਲ r ਦੀ ਫਾਰਮ 'ਚ ਇਹ ਬਾਹਰ ਆਊਗਾ। 1 plus small r² upon capital R² minus 2r upon capital R cos theta 1/2। 1/4πε0 charge upon capital R 1 plus ਸੇਮ ਟਰਮ ਹੈ। ਅਸੀਂ ਕੀ ਕੀਤਾ? ਇਹ ਸਾਰੀ ਵੈਲਿਊ ਨੂੰ ਚੁੱਕ ਕੇ ਉੱਪਰ ਲੈ ਗਏ। ਜਦੋਂ ਉੱਪਰ ਲੈ ਕੇ ਜਾਵਾਂਗੇ ਬੇਟਾ ਇੱਥੇ ਕੀ ਆ ਜਾਏਗਾ? ਮਾਈਨਸ ਆ ਜਾਊਗਾ। ਹੁਣ ਇਹਨੂੰ ਸੋਲਵ ਕਰਨ ਦਾ ਤਰੀਕਾ ਕੀ ਹੈ? ਸੋਲਵ ਕਰਨ ਦੇ ਮੈਥਡ ਦੇ ਵਿੱਚ ਕੀ ਹੈ? ਦੇਖੋ ਅਸੀਂ ਬਾਈਨੋਮੀਅਲ ਐਕਸਪੈਂਸ਼ਨ ਲਗਾਉਣੀ ਹੈ। ਅਗਰ ਤੁਹਾਨੂੰ ਬਾਈਨੋਮੀਅਲ ਐਕਸਪੈਂਸ਼ਨ ਯਾਦ ਹੋਏ, ਬਾਈਨੋਮੀਅਲ ਐਕਸਪੈਂਸ਼ਨ 1 plus x raised to the power n ਦੀ ਕੀ ਹੁੰਦੀ ਹੈ? ਉਰੇ 1 ਹੋਣਾ ਚਾਹੀਦਾ ਹੈ। ਸਾਡਾ 1 ਆ ਪਿਆ, ਆ ਸਾਰਾ ਕੀ ਹੈ? x ਹੈ। ਦਿਸ ਟਰਮ ਇਜ਼ x ਪਾਵਰ n।
क्लीयर है। तो इट्स 1 प्लस एन एक्स प्लस एन इंटू एन माइनस 1 एक्स स्क्वेयर बाय 2 फैक्टोरियल एंड सो ऑन। ये बाइनोमियल एक्सपेंशन है। तो अगर असीं इहदे ते बाइनोमियल एक्सपेंशन अप्लाई करते हैं तो 1/4 पाई एप्साइलम नॉट चार्ज अपॉन आर 1। उस तो बाद की करना होंगे, पावर नीचे आ गई इंटू एक्स प्लस नैक्सट की होंगे एन -1/2 एन -1 की हो जाऊगा -3/2 एक 2 साडे कोल ऑलरेडी फार्मूले के अकॉर्डिंग आ वाला पिया तो 3/8 तो सारी वैल्यू का सारे एक्स का की हो जाऊगा स्केयर हो जाऊगा अकॉर्डिंग टू दिस थ्योरम। तो 1/4 पाई एप्साइलम नॉट चार्ज अपॉन आर 1 माइनस इनू खोल लो ब्रैकेट नू -1/2 स्मॉल आर स्केयर अपॉन कैपिटल आर स्केयर माइनस माइनस प्लस हो गया 2 नाल 2 कैंसल स्मॉल आर अपॉन कैपिटल आर कॉस थीटा। अगर असी इधर स्केयर खोलते हैं तो देखो ए स्केयर प्लस बी स्केयर माइनस 2ab ਉਹਦੇ अकॉर्डिंग ये 3 वैल्यूज़ बन जाएगियाँ। नैक्सट की है कि असी सारी ब्रैकेट नू भी एक्सपैंड कर लेने। ਜਦੋਂ ਅਸੀਂ ਸਾਰੀ ਬ੍ਰੈਕਟ ਨੂੰ ਖੋਲਦੇ ਆ ਤਾਂ ਟਰਮਸ ਨੂੰ ਕਲੈਕਟ ਕਰਨਾ ਹੈ। ਟਰਮਸ ਨੂੰ ਕਿਸ ਤਰ੍ਹਾਂ ਕਲੈਕਟ ਕਰਨਾ ਹੈ? ਟਰਮਸ ਨੂੰ ਕਲੈਕਟ ਕਰਨਾ ਹੈ ਆਰ ਦੇ ਹਿਸਾਬ ਦੇ ਨਾਲ। ਪਹਿਲਾਂ ਆਰ ਦੀਆਂ 1/r ਦੀਆਂ ਵੈਲਿਊਜ਼ ਇੱਕ ਸਾਈਡ ਕਰ ਲਓ, ਫਿਰ 1/r ਸਕੁਅਰ ਦੀਆਂ ਵੈਲਿਊਜ਼ ਇੱਕ ਸਾਈਡ ਕਰ ਲਓ, ਫਿਰ 1/r ਕਿਊਬ ਦੀਆਂ ਕਰ ਲਓ ਐਂਡ ਸੋ ਔਨ। ਤਾਂ ਅਗਰ ਅਸੀਂ ਆਰ ਦੀਆਂ ਵੈਲਿਊਜ਼ ਦੇਖਦੇ ਆ 1/r ਦੀਆਂ ਤਾਂ ਇੱਥੇ ਸਿਰਫ ਸਾਡੇ ਕੋਲ ਇੱਕ ਵੈਲਿਊ ਹੈ स्मॉल r अपॉन कैपिटल R cos थीटा। और अगर असी स्केयर दियाँ देखते हैं बेटा देखो स्केयर की एक वैल्यू तो आ पई है ये 1/2 आ गया इत्थे आर स्केयर अपॉन कैपिटल आर स्केयर 1/2 विद नेगेटिव साइन। उस तो इलावा आर स्केयर कित्थे पे है एक आर स्केयर की वैल्यू आ पई है ठीक है दिस वन इनू ले लो इत्थे देखो 8 ते 4 3/2 बन गया 3/2 cos स्केयर थीटा क्लीयर है। उस तो बाद नैक्सट उस तरह 1/r क्यूब दियाँ वैल्यूज़ ने। अगर असी हुण नैक्सट ब्रैकेट नू एक्सपैंड करते हैं खोलते हैं ब्रैकेट नू तो फर्स्ट वैल्यू इज़ दिस सैकेंड वैल्यू नाल मल्टीप्लाई हो गया मतलब आ फैक्टर अगलियां सारिया वैल्यूज़ दे नाल मल्टीप्लाई हो जाएगा। हुण जे तुसी ध्यान नाल देखो ये पोटेंशियल है और जे तुहानूं याद होए तो ये सारा फार्मूला असी फस्ट ईयर दी इलैक्ट्रिसिटी एंड मैगनैटिज्म दे विच पढ़िया होया है जदों असी मोनोपोल मूवमेंट्स कड्ढे सीगे सॉरी मल्टीपल मूवमेंट्स कड्ढे सी ड्यू टू सिंगल चार्ज ड्यू टू डबल चार्ज ड्यू टू क्वाड्रपल एंड सो ऑन। तो देखो बेटा फर्स्ट टर्म ड्यू टू सिंगल चार्ज है सैकेंड टर्म ड्यू टू डाईपोल है जी थर्ड टर्म है दिस इज़ ड्यू टू क्वाड्रपल क्योंकि असी क्वाड्रपल मूवमेंट कढ़ रहे हैं दैट्स वाई वी विल टेक दिस टर्म असी इस टर्म नू कंसीडर करांगे चार्ज आर स्केयर 4 पाई एप्साइलम नॉट 3/2 cos स्केयर थीटा माइनस 1/2 आर क्यूब बेटा स्किप करता क्योंकि असी इहदा कोफिशिएंट लेना है। उस तो बाद नैक्सट अगर असी इस फार्मूले नू CGS सिस्टम दे विच लिखते हैं CGS सिस्टम च 1/4 पाई एप्साइलम नॉट दी वैल्यू 1 है तो साडा क्वाड्रपल मूवमेंट की रह गया चार्ज आर स्केयर 3/2 cos स्केयर थीटा माइनस 1/2 इहदे च 2 बाहर कट लो। अगर तुसी डायग्राम नू दुबारा तो देखो डायग्राम दे विच बेटा आ एंगल बनया हुआ है थीटा थीटा दे विच देखो दिस वाई दिस इज़ Z एंड X। तो अगर असी cos थीटा कढ़ीए cos थीटा की होगा बेस अपॉन हाइपोटेनियस मतलब इट्स Z अपॉन R। तो cos थीटा की आ गया Z अपॉन R आ गया तो आप cos थीटा की वैल्यू पुट कर देंगे Z अपॉन R क्योंकि स्केयर सी Z स्केयर अपॉन R स्केयर बन गया क्लीयर है। चार्ज अपॉन 2 आर स्केयर कॉमन कढ़ रहे हैं आर स्केयर नाल आर स्केयर कैंसल दैन इट्स 3Z स्केयर माइनस आर स्केयर। तो एक क्वाड्रपल मूवमेंट का एक फार्मूला बन गया। ये कहते कि अगर सिमिट्रिक डिस्ट्रीब्यूशन है सिमिट्रिक डिस्ट्रीब्यूशन का की मतलब है सिमिट्रिक मतलब कि वो XYZ ने जड़े वो सेम ने XYZ की ने सेम ने एंड इट इज़ इक्वल टू 1/3 आर स्केयर सिमिट्रिक डिस्ट्रीब्यूशन के लिए मतलब पार्टिकल जोड़ा है वो XYZ सेम ने। तो देखो बेटा इत्थे फिर तुसी की देख रहे हो 1/3 आर स्केयर है दैट मीनस अगर मैं 3Z स्केयर लिख ला 3Z स्केयर तो ये आर स्केयर के बराबर आ गया इत्थे फिर की आ जाऊगा थोड़ा आंसर 0 आ जाऊगा 0 आ गया। तो क्वाड्रपल मूवमेंट 0 आ गया अगर सिमिट्रिक डिस्ट्रीब्यूशन है।
ਹੁਣ ਜਿਹੜਾ ਕਿਊ ਹੈ ਕੁਆਡਰਪਲ ਮੂਵਮੈਂਟ, ਇਹਦੀ ਵੈਲਿਊ ਨੈਗੇਟਿਵ ਵੀ ਹੋ ਸਕਦੀ ਹੈ, ਪੋਜ਼ਿਟਿਵ ਵੀ ਹੋ ਸਕਦੀ ਹੈ ਤੇ ਇਹਦੀ ਵੈਲਿਊ 0 ਵੀ ਹੋ ਸਕਦੀ ਹੈ। ਠੀਕ ਹੈ ਜੀ, ਉਹ ਡਿਪੈਂਡ ਕਰਦਾ ਹੈ ਕਿ ਜਿਹੜੀ ਡਿਸਟ੍ਰੀਬਿਊਸ਼ਨ ਹੈ ਪਾਰਟੀਕਲਸ ਦੀ ਉਹ ਕਿਸ ਟਾਈਪ ਦੀ ਹੈ। ਜਿਸ ਤਰ੍ਹਾਂ ਆਪਾਂ ਇੱਕ ਸਪੈਸ਼ਲ ਕੇਸ ਦੇਖ ਰਹੇ ਹਾਂ ਇੱਥੇ, ਦੇਖੋ ਬੇਟਾ ਜਿਹੜੀ ਆਪਾਂ ਇਹ ਡੈਰੀਵੇਸ਼ਨ ਕੀਤੀ ਹੈ ਇਹ ਕਲਾਸੀਕਲ ਐਕਸਪਲੇਨੇਸ਼ਨ ਹੈ ਕੁਆਡਰਪਲ ਮੂਵਮੈਂਟ ਦੀ। ਕੁਆਡਰਪਲ ਮੂਵਮੈਂਟ ਦੀ ਕੁਆਂਟਮ ਐਕਸਪਲੇਨੇਸ਼ਨ ਅਲੱਗ ਤੋਂ ਹੈ। ਠੀਕ ਹੈ, ਇਹਦੇ 2-3 ਅਲੱਗ-ਅਲੱਗ ਡਿਫਰੈਂਟ ਫਾਰਮੂਲਾਜ਼ ਬਣਦੇ ਨੇ ਅਕੋਰਡਿੰਗ ਟੂ ਦਾ ਅਪਰੋਚ, ਕਿਸ ਤਰ੍ਹਾਂ ਦੀ ਅਪਰੋਚ ਯੂਜ਼ ਕੀਤੀ ਹੋਈ ਹੈ ਉਸ ਅਪਰੋਚ ਦੇ ਬੇਸਿਸ ਦੇ ਅਲੱਗ-ਅਲੱਗ ਫਾਰਮੂਲਾਜ਼ ਬਣਦੇ ਨੇ। ਤਾਂ ਅਗਰ ਆਪਾਂ ਇਹਦਾ ਸਪੈਸ਼ਲ ਕੇਸ ਦੇਖਦੇ ਹਾਂ, ਕਹਿੰਦੇ ਨਿਊਕਲੀਅਸ ਨੂੰ ਜੇ ਤੁਸੀਂ ਐਲਿਪਸੋਇਡ ਸਮਝ ਲਓ, if nucleus is supposed to be ellipsoid of diameter 2b, symmetric axis and 2a at right angle to this axis and charge density is uniform। देखो इसका की मीनिंग है, इस वर्डिंग का की मीनिंग है। ये कहता सपोज करो कि तुसी एक एलिप्सॉइड कंसीडर कर लिया, सपोज करो कि तुसी एक एलिप्सॉइड कंसीडर कर लिया, अगर उहदा डायामीटर 2b है, दिस इज ਇਹਦਾ सिमेट्रिक एक्सिस है, सिमेट्रिक एक्सिस 2b ये सारा ही हाफ पार्ट की हो गया b हो गया, ए दा परपेंडिकुलर एक्सिस है ये 2a, स्मॉल पार्ट की हो गया a बन गया, ये सारा की है 2a, ये की बन गया a बन गया। हुण कहंदा फार्मूला जिहड़ा है एलिप्सॉइड दे लई कि एलिप्सॉइड दे लई क्वाड्रपल मूवमेंट दा फार्मूला है 2.5z b² माइनस a²। b ਤੇ a फॉलो कर रहे हो बेटा, b ਤੇ a की ने एक्सिस ने, b है सिमेट्रिक एक्सिस है, a ਜਿਹੜਾ ਹੈ ਇਹਦਾ ਪਰਪੈਂਡੀਕੂਲਰ ਐਕਸਿਸ ਹੈ। ਤਾਂ ਇੱਕ ਐਲਿਪਸੋਇਡ ਦੇ ਲਈ ਕੁਆਡਰਪਲ ਮੂਵਮੈਂਟ ਦਾ ਐਕਸਪ੍ਰੈਸ਼ਨ ਹੈ, ਇਹ ਡਿਫਰੈਂਟ ਐਕਸਪ੍ਰੈਸ਼ਨ ਹੈ ਉਸ ਐਕਸਪ੍ਰੈਸ਼ਨ ਦੇ ਨਾਲੋਂ। ਇਹ ਕਹਿੰਦਾ ਸਪੋਜ਼ ਕਰੋ ਕਿ ਫ ਇਜ਼ ਇਕੁਅਲ ਟੂ b, ਜੇ a ਤੇ b ਬਰਾਬਰ ਹੋ ਗਏ, a ਤੇ b ਬਰਾਬਰ ਕਦੋਂ ਹੋਣਗੇ, a ਤੇ b ਬਰਾਬਰ ਉਦੋਂ ਹੋਣਗੇ ਜਦੋਂ ਉਹਦੀ ਸ਼ੇਪ ਸਫੈਰੀਕਲ ਹੋਊਗੀ, ਉਹ ਸਫੀਅਰ ਹੋਊਗਾ। ਉਸ ਕੇਸ 'ਚ ਫਿਰ ਇਸ ਰਿਲੇਸ਼ਨ ਤੋਂ ਅਗਰ ਅਸੀਂ ਦੇਖਦੇ ਹਾਂ b ਇਜ਼ ਇਕੁਅਲ ਟੂ a ਤਾਂ ਤੁਹਾਡਾ ਕੁਆਡਰਪਲ ਮੂਵਮੈਂਟ ਕੀ ਆ ਗਿਆ, 0 ਆ ਗਿਆ। ਮਤਲਬ ਇਹ ਰਿਲੇਸ਼ਨ ਸ਼ੋ ਕਰ ਰਿਹਾ ਹੈ ਕਿ ਅਗਰ ਸਫੈਰੀਕਲ ਸਿਮੈਟਰੀ ਹੈ a ਐਂਡ b ਆਰ ਇਕੁਅਲ ਤਾਂ ਤੁਹਾਡਾ ਆਨਸਰ ਕੀ ਆ ਗਿਆ, 0 ਆ ਗਿਆ। ਇਫ a ਇਜ਼ ਗ੍ਰੇਟਰ ਦੈਨ b, ਜੇ a ਵੱਡਾ ਹੈ b ਦੇ ਨਾਲੋਂ, ਮਤਲਬ ਆਹ ਵਾਲਾ ਪਰਪੈਂਡੀਕੂਲਰ ਐਕਸਿਸ ਐਲੋਂਗੇਟਿਡ ਹੋ ਗਿਆ, ਮਤਲਬ ਇਹ ਲੰਬਾ ਹੋ ਗਿਆ, a ਵੱਡਾ ਹੈ b ਦੇ ਨਾਲੋਂ, a ਵੱਡਾ ਹੈ b ਦੇ ਨਾਲੋਂ, ਇਹਦਾ ਮਤਲਬ ਤੁਹਾਡੀ ਆਹ ਵਾਲੀ ਵੈਲਿਊ ਬੜੀ ਆਏਗੀ ਕੰਪੈरेटिवली टू b, ਤਾਂ ਤੁਹਾਡਾ ਆਨਸਰ ਉਰੇ ਕੀ ਆਊਗਾ, ਨੈਗੇਟਿਵ ਆਊਗਾ। ਉਸ ਕੇਸ 'ਚ ਜਿਹੜੀ ਨਿਊਕਲੀਅਸ ਦੀ ਸ਼ੇਪ ਹੋਊਗੀ ਉਹ ਓਬਲੇਟ ਸਫੀਰੋਇਡ ਹੋਊਗੀ, ਅਸੀਂ ਉਹਨੂੰ ਬੋਲਦੇ ਹਾਂ ਓਬਲੇਟ। ਸਿਮਿਲਰਲੀ ਫ ਇਜ਼ ਲੈਸ ਦੈਨ b, ਜੇ ਇਹ ਛੋਟਾ ਹੈ, ਇਹ ਛੋਟਾ ਹੈ b ਦੇ ਨਾਲੋਂ, b ਬੜਾ ਹੈ, ਮਤਲਬ ਤੁਹਾਡਾ ਸਿਮੈਟ੍ਰਿਕ ਐਕਸਿਸ ਵੱਡਾ ਹੈ, ਤਾਂ ਉਸ ਕੇਸ 'ਚ ਕੀ ਹੋਊਗਾ, a ਛੋਟਾ ਹੈ b ਬੜਾ ਹੈ, ਤਾਂ ਤੁਹਾਡਾ ਆਨਸਰ ਕੀ ਆਊਗਾ, ਪੋਜ਼ਿਟਿਵ ਆਊਗਾ। ਤਾਂ ਉਸ ਕੇਸ ਜਿਹੜੀ ਸ਼ੇਪ ਬਣੂਗੀ ਦੈਟ ਇਜ਼ ਪ੍ਰੋਲੇਟ ਸਫੀਰੋਇਡ, ਮਤਲਬ ਇਸ ਟਾਈਪ ਦਾ ਪ੍ਰੋਲੇਟ। ਇਹ ਕੀ ਸੀ, ਓਬਲੇਟ। ਆਲਸੋ ਫॉर a ਲੈਸ ਦੈਨ 20, a ਲੈਸ ਦੈਨ 20 ਦੇ ਲਈ ਜਨਰਲੀ ਕੁਆਡਰਪਲ ਮੂਵਮੈਂਟ ਕੀ ਹੁੰਦਾ, 0 ਹੁੰਦਾ। a ਗ੍ਰੇਟਰ ਦੈਨ 20 ਮਤਲਬ ਜਿਵੇਂ ਜਿਵੇਂ ਅਸੀਂ ਪੀਰੀਓਡਿਕ ਟੇਬਲ 'ਚ ਫਰਦਰ ਐਲੀਮੈਂਟਸ ਕਰਨੀ ਜਾਂਦੇ ਹਾਂ ਤਾਂ ਕਿਊ ਦੀ ਵੈਲਿਊ ਪੋਜ਼ਿਟਿਵ ਵੀ ਹੋ ਸਕਦੀ ਹੈ, ਉਹ ਨੈਗੇਟਿਵ ਵੀ ਹੋ ਸਕਦੀ ਹੈ। ਉਹ ਡਿਪੈਂਡ ਕਰਦਾ ਹੈ ਕਿ ਉਹਦੀ डिस्ट्रीब्यूशन किस तरह की है एंड पार्टिकल किस एक्सिस के अलोंग लाई कर रहे हैं। सो थैंक्स बेटा।